ਸਾਡੇ मैं कहूँगा कि मानसिकता जी कमज़ोर मानसिकता वाले लोग बोलते हैं कि नीवीं जात के लोगों को उन्होंने पुजारियों ने उत्थे मत्था टेकन तो ਜਾਂ ਉਹਨਾਂ ਦੀ ਦੇਗ ਪ੍ਰਸ਼ਾਦ ਚੜਾਉਣ ਤੋਂ ਮਨਾ ਕੀਤਾ ਹੋਇਆ ਸੀ। ਉਸ ਤੋਂ ਪਹਿਲਾਂ ਪੰਜਾ ਸਾਹਿਬ ਦਾ ਸਾਕਾ ਹੋਇਆ ਕਿ ਉੱਥੋਂ ਦੇ ਜਿਹੜਾ ਕੋਈ ਠੇਕੇਦਾਰ ਬਣਿਆ ਬੈਠਾ ਸੀ ਜਿਹੜਾ ਪ੍ਰਸ਼ਾਦ ਚੜਾਉਂਦਾ ਸੀ ਉਹਦਾ ਵੀ ਠੇਕੇਦਾਰ ਵਿੱਚ ਸਿਗਰਟਾਂ ਬੀੜੀਆਂ ਵੇਚਦਾ ਸੀ। ਇਸ ਕਰਕੇ ਮੈਂ ਸਮਝਦਾ ਕਿ ਸਮੇਂ-ਸਮੇਂ ਤੇ ਬੜੇ ਵਾਰ ਇਸ ਸਿੱਖ ਧਰਮ ਦੇ ਉੱਤੇ ਹੋਏ ਆ। ਜਦੋਂ ਗੱਲਬਾਤ शुरू करन तो पुजारियों को यह पता लग्या कि सिंह मन धार के आए हुए तो उन्होंने साजिश करी। साजिश के अधीन कहा कि जिहड़ियां तुहाडीआं हदायतां है वो लैके आओ कि तुसीं किवें प्रबंध होने चाहिए। सत श्री अकाल जी सारिआं नूं। अज जिहड़ा तुहाडे नाल लाइव करना है वो बड़ी वड्डी सिखां दी सिरमौर संस्था श्रोमणी गुरुद्वारा प्रबंधक कमेटी बारे ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ। ਸਭ ਤੋਂ ਪਹਿਲਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੇਨ ਕੰਮ ਹੈ ਜਿਹੜਾ ਕਿ ਪੰਥਕ ਰਵਾਇਤਾਂ ਨਿਭਾਉਣ ਦੇ ਨਾਲ ਧਰਮ ਪ੍ਰਚਾਰ, ਸਿੱਖਿਆ, ਸਿਹਤ ਸੇਵਾਵਾਂ, ਸਮਾਜਿਕ ਅਤੇ ਲੋਕ ਭਲਾਈ ਦੇ ਕੰਮ ਜਿਹੜੇ ਹੈ ਉਹ ਬਾਖੂਬੀ ਕੀਤੇ ਜਾਂਦੇ ਹੈ। ਇਸ ਦੀ ਲੋੜ ਕਿਉਂ ਪਈ, ਕਿੱਥੋਂ ਬਣੀ, ਥੋੜਾ ਜਿਹਾ ਇਤਿਹਾਸ ਵੱਲ ਝਾਤ ਮਾਰਾਂਗੇ कि सिंह सभा लहर का गठन पहला हुंदा है, फिर खालसा बरादरी कारज साधक दल कायम किया जाता है, तो उस तो बाद चीफ खालसा दीवान की सलाह के नाल खालसा बरादरी का एक दीवान बुलाया जाता है। वो दीवान बुलाउण की लोड़ क्यों पई, क्योंकि उस वेले कांग्रेस के पिट्ठू बने पुजारी जिहड़े सी वो मनमत करन लग गए सी, गुरु धामां दे विच चढ़दे चढ़ावे नाल आपदे ऐशो आराम करन लग गए सी और जात पात का बोलबाला उन्होंने कर दिता सी। जिहड़े कि साडे गरीब जाति नाल भरा सी, खास करके उस दरे वेले ज़्यादातर रविदासीए सिंघां दे नाल मशहूर किया जाता सी, जां सारे जिन्ने भी होर जातियां दे लोग सी जिन्हां नूं नीवीं जात नाल साडे मैं कहूँगा कि मानसिकता जी कमज़ोर मानसिकता वाले लोग बोलते हैं कि नीवीं जात के लोगों नूं उन्हां पुजारियां ने उत्थे मत्था टेकन तो ਜਾਂ ਉਹਨਾਂ ਦੀ ਦੇਗ ਪ੍ਰਸ਼ਾਦ ਚੜਾਉਣ ਤੋਂ ਮਨਾ ਕੀਤਾ ਹੋਇਆ ਸੀ। ਹੋਰ ਵੀ ਕਈ ਤਰ੍ਹਾਂ ਦੀਆਂ ਉਹਨਾਂ ਦੇ ਨਾਲ ਦਰਿਆਉਤਾਂ ਜਾਂ ਪੱਖਪਾਤ ਜਿਹੜੇ ਆ ਉਹ ਕੀਤੇ ਜਾਂਦੇ ਸੀ ਸਮੇਂ ਦੇ ਉਸ ਪੁਜਾਰੀਆਂ ਵੱਲੋਂ ਜਾਂ ਸਰਕਾਰ ਦੇ ਥਾਪੇ ਹੋਏ ਪ੍ਰਬੰਧਕਾਂ ਵੱਲੋਂ, ਅੰਗਰੇਜ਼ਾਂ ਦੀ ਕਿਉਂਕਿ ਉਸ ਸਮੇਂ ਹਕੂਮਤ ਸੀ, ਅੰਗਰੇਜ਼ਾਂ ਦੇ ਥਾਪੇ ਹੋਏ ਪ੍ਰਬੰਧਕਾਂ ਵੱਲੋਂ। ਤਾਂ ਚੀਫ ਖਾਲਸਾ ਦੀਵਾਨ ਦੀ ਸਲਾਹ ਨਾਲ ਜਦੋਂ ਖਾਲਸਾ ਬਰਾਦਰੀ ਦਾ ਇੱਕ ਦੀਵਾਨ ਵੱਡਾ ਬੁਲਾਇਆ ਗਿਆ ਜਿਹਦੇ ਵਿੱਚ 10, 11 ਤੇ 12 ਅਕਤੂਬਰ 1920 ਨੂੰ ਜਲਿਆਂਵਾਲੇ ਬਾਗ ਦੇ ਵਿੱਚ ਪੰਜਾਬ ਭਰ ਵਿੱਚੋਂ ਇਕੱਠ ਜਿਹੜਾ ਬੁਲਾਇਆ ਗਿਆ ਔਰ 11 ਅਕਤੂਬਰ ਨੂੰ ਮਤਾ ਪਾਸ ਕੀਤਾ ਕਿ ਆਪਾਂ ਪ੍ਰਸ਼ਾਦ ਚੜਾਉਣ ਜਾਣਾ ਹੈ ਤੇ ਕੱਲ ਨੂੰ ਜਿਹੜਾ ਹੈਗਾ ਸਾਰੇ ਇਕੱਠੇ ਹੋਵੋ, ਸਾਥ ਦੇਵੋ। 12 ਅਕਤੂਬਰ ਨੂੰ ਪ੍ਰਸ਼ਾਦ ਜਦੋਂ ਲੈ ਕੇ ਚੱਲਣਾ ਸੀ, ਖਾਲਸਾ ਕਾਲਜ ਦੇ ਬਹੁਤ ਸਾਰੇ ਪ੍ਰੋਫੈਸਰ ਨੌਜਵਾਨ ਜਿਹੜੇ ਹੈ ਉਹ ਨਾਲ ਚੱਲਣ ਲਈ ਤਿਆਰ ਹੋਏ ਸੀ। 12 ਤਰੀਕ ਨੂੰ ਬਹੁਤ ਸਾਰੇ ਸਿੰਘਾਂ ਨੇ ਅੰਮ੍ਰਿਤਪਾਨ ਕੀਤਾ, ਸਿੰਘ ਸਜੇ ਤੇ ਭਾਈ ਮਹਿਤਾਬ ਸਿੰਘ ਵੀਰ ਦੀ ਅਗਵਾਈ ਦੇ ਵਿੱਚ ਜਲਿਆਂਵਾਲੇ ਬਾਗ ਤੋਂ ਜਥਾ ਜਿਹੜਾ ਹੈ ਉਹ ਕੜਾਹ ਪ੍ਰਸ਼ਾਦ ਲੈ ਕੇ ਸਵੇਰੇ 9 ਵਜੇ ਦਰਬਾਰ ਸਾਹਿਬ ਜਿਹੜੇ ਹੈ ਉਹ ਪੁੱਜਦੇ ਹੈ। ਤਾਂ ਪੁਜਾਰੀਆਂ ਦੇ ਜਿਹੜੇ ਅੱਗੇ ਲੋਕ ਸੀ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਪਰ ਸੰਗਤ ਜ਼ਿਆਦਾ ਸੀ, ਉਹ ਅੱਗੇ ਚਲੀ ਗਈ। ਜਦ ਅਰਦਾਸ ਲਈ ਕਿਹਾ ਤਾਂ ਉਹਨਾਂ ਨੇ ਨਾ ਕਰ ਦਿੱਤੀ। ਤਾਂ ਉਹਨਾਂ ਦੇ ਵਿੱਚ ਪ੍ਰੋਫੈਸਰ ਸਾਹਿਬ ਜਿਹੜੇ ਉਹਨਾਂ ਨੇ ਬੜੀ ਵਾਰ ਜਿਹੜੇ ਪ੍ਰੋਫੈਸਰ ਅੱਗੇ ਲੱਗੇ ਹੋਏ ਸੀ ਖਾਲਸਾ ਕਾਲਜ ਦੇ ਪੜ੍ਹੇ ਲਿਖੇ ਸੀ, ਉਹਨਾਂ ਨੇ ਬੜੀ ਵਾਰੀ ਕਿਹਾ ਕਿ ਤੁਸੀਂ ਅਰਦਾਸ ਕਰੋ ਤੇ ਇਹ ਗੱਲ ਤੁਹਾਡੇ ਲਈ ਠੀਕ ਨਹੀਂ ਹੈ। ਜਦੋਂ ਉਹਨਾਂ ਨੇ ਬਾਰ-ਬਾਰ ਨਾ ਕਰ ਦਿੱਤੀ ਤਾਂ ਅਖੀਰ ਵਿੱਚ ਬਾਬਾ ਹਰਕ੍ਰਿਸ਼ਨ ਸਿੰਘ ਜੀ ਪ੍ਰੋਫੈਸਰ ਖਾਲਸਾ ਕਾਲਜ ਨੇ ਆਖਿਆ, ਖਾਲਸਾ ਜੀ ਇਹ ਕੋਈ ਵੱਡੇ ਸਿੱਖ ਨਹੀਂ ਹੈ, ਅਸੀਂ ਅਰਦਾਸਾਂ ਵੀ ਅਰਦਾਸਾਂ ਆਪ ਕਰ ਲਵਾਂਗੇ, ਉੱਠੋ ਅਰਦਾਸਾਂ ਸੋਧੀਏ। ਤਾਂ ਕਾਲਜ ਦੇ ਵਿਦਿਆਰਥੀ, ਉਸ ਸਮੇਂ ਦਾ ਕਾਲਜ ਦਾ ਵਿਦਿਆਰਥੀ ਸੀ। ਇੱਥੇ ਇੱਕ ਗੱਲ ਕਰਨੀ ਬਣਦੀ ਹੈ ਕਿ ਅੱਜ ਸਾਡੀ ਨੌਜਵਾਨ ਪੀੜ੍ਹੀ ਸ਼ਾਇਦ ਬਹੁਤ ਦੂਰ ਹੁੰਦੀ ਜਾਂਦੀ ਹੈ। ਮੈਂ ਮੌਕੇ 'ਤੇ ਬੇਨਤੀ ਕਰਦਾ ਕਿ ਇਹਦੇ 'ਤੇ ਧਿਆਨ ਦੇਣ ਦੀ ਲੋੜ ਹੈ। ਤਾਂ ਖਾਲਸਾ ਕਾਲਜ ਦੇ ਵਿਦਿਆਰਥੀ ਨੇ ਅਰਦਾਸ ਕੀਤੀ ਤੇ ਦੇਗ ਵਰਤਣੀ ਸ਼ੁਰੂ ਹੋਈ। ਦੇਗ ਵਰਤਦਿਆਂ ਜਥੇਦਾਰ ਕਰਤਾਰ ਸਿੰਘ ਜੀ ਝੱਬਰ ਤੇ ਜਥੇਦਾਰ ਤੇਜਾ ਸਿੰਘ ਜੀ ਭੁੱਚਰ ਵੀ ਪਹੁੰਚ ਜਾਂਦੇ ਹਨ। ਉਹਨਾਂ ਨੇ ਇੱਕ ਗੱਲ ਦਾ ਪੁੱਛਿਆ ਕਿ ਕੀ ਅਰਦਾਸ ਕੀਤੀ ਜਾਂ ਦੇਗ ਚੜ੍ਹਨ ਦੀ ਆਗਿਆ ਦਿੱਤੀ ਪੁਜਾਰੀਆਂ ਨੇ? ਤਾਂ ਨਾਲ ਦੇ ਸਾਥੀ ਨੇ ਜਦੋਂ ਦੱਸਿਆ ਕਿ ਨਹੀਂ ਦਿੱਤੀ
ਤਾਂ ਜਥੇਦਾਰ ਜੀ ਨੇ ਦੇਗ ਜਾਂ ਪ੍ਰਸ਼ਾਦ ਵਰਤਾਉਣ ਤੋਂ ਮਨਾ ਕਰਕੇ ਬੈਠਣ ਲਈ ਜਿਹੜਾ ਹੈਗਾ ਉਹ ਸੰਗਤ ਦੇ ਵਿੱਚ ਕਿਹਾ। ਤਾਂ ਜਦੋਂ ਉਹਨਾਂ ਨੂੰ ਰੋਕ ਕੇ ਤਾਂ ਉਹਨਾਂ ਨੇ ਝੱਬਰ ਸਾਹਿਬ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਹੁਕਮ ਸਾਧ ਸੰਗਤ ਦਾ ਹੁਕਮ ਮੰਨੋ, ਤੇ ਜੇ ਤੁਸੀਂ ਹੁਕਮ ਨਹੀਂ ਮੰਨੋਗੇ ਤਾਂ ਤੁਹਾਨੂੰ ਅੱਜ ਹੀ ਬਾਹਰ ਕੱਢ ਦੇਵਾਂਗੇ, ਗੁਰੂ ਦੇ ਝਾੜੂ ਬਰਦਾਰ ਹੋਰ ਕੋਈ ਰੱਖ ਲਵਾਂਗੇ। ਤਾਂ ਫਿਰ ਜਦੋਂ ਝਗੜਾ ਵੱਧਦਾ ਗਿਆ ਤਾਂ ਹੁਕਮਨਾਮਾ ਲੈਣ ਦਾ ਇੱਕ ਸਾਂਝਾ ਸਮਝੌਤਾ ਹੋਇਆ। ਤਾਂ ਗੁਰੂ ਸਾਹਿਬ ਦੀ ਤਾਬਿਆ ਦੇ ਵਿੱਚ ਬੈਠਾ ਉਸ ਵੇਲੇ ਦਾ ਗ੍ਰੰਥੀ ਦੇ ਨਾਂ ਨਾਲ, ਜਿਹਨੂੰ ਉਸ ਵੇਲੇ ਪੁਜਾਰੀ ਕਿਹਾ ਜਾਂਦਾ ਸੀ, ਤਾਂ ਉਹਨਾਂ ਨੇ ਹੁਕਮਨਾਮਾ ਲਿਆ। ਤਾਂ ਜਦੋਂ ਹੁਕਮਨਾਮਾ ਲਿਆ, ਗੁਰੂ ਸਾਹਿਬ ਦੇ ਪੰਨਾ ਨੰਬਰ 638 ਤੇ ਸੋਰਠ ਮਹੱਲਾ ਤੀਜਾ ਦੁੱਤਕੀ ਨਿਗੁਣਿਆਂ ਨੇ ਆਪੇ ਬਖਸ਼ ਲਏ ਭਾਈ ਸਤਿਗੁਰ ਕੀ ਸੇਵਾ ਲਾਏ। ਹੋ ਸਕਦਾ ਬਾਣੀ ਦੇ ਸ਼ਬਦ ਮੇਥੋਂ ਕੋਈ ਅੱਗੇ ਪਿੱਛੇ ਹੋ ਜਾਣ, ਕਿਉਂਕਿ ਮੈਂ ਪਰਪੱਕ ਨਹੀਂ ਹੈ ਬਾਣੀ 'ਚ। ਇਹ ਜਦੋਂ ਵਾਕ ਗੁਰੂ ਸਾਹਿਬ ਦਾ ਮਿਲਿਆ ਤਾਂ ਉੱਥੇ ਧੰਨ ਗੁਰੂ ਰਾਮਦਾਸ ਦੇ ਧੁਨਾਂ ਨਾਲ ਸਾਰੇ ਦਾ ਸਾਰਾ ਜਿਹੜਾ ਸੀਗਾ ਦਰਬਾਰ ਸਾਹਿਬ ਗੂੰਜ ਉੱਠਿਆ। ਜਦੋਂ ਪ੍ਰਸ਼ਾਦ ਵਰਤਾਉਣ ਲੱਗੇ ਤਾਂ ਉਸੇ ਗੁਰੂ ਸਾਹਿਬ ਦੇ ਗ੍ਰੰਥੀ ਜਾਂ ਪੁਜਾਰੀ ਨੇ ਕਿਹਾ ਕਿ ਇਹ ਪਹਿਲਾਂ ਹੀ ਅਰਦਾਸ ਹੋ ਚੁੱਕੀ ਹੈ, ਇਹਦੇ ਚੋਂ ਪ੍ਰਸ਼ਾਦ ਵੰਡਿਆ ਜਾ ਚੁੱਕਿਆ। ਇਸ ਕਰਕੇ ਦੋ ਸਿੰਘ ਬਾਹਰ ਗਏ, ਪ੍ਰਸ਼ਾਦ ਹੋਰ ਲੈ ਕੇ ਆਏ, ਦੇਗ ਹੋਰ ਲੈ ਕੇ ਆਏ। ਫਿਰ ਛੋਟੀ ਅਰਦਾਸ ਹੋਈ ਤੇ ਉਸੇ ਤਰ੍ਹਾਂ ਜਿਹੜਾ ਪ੍ਰਸ਼ਾਦ ਹੈ ਉਹ ਵਰਤਾਉਣਾ ਸ਼ੁਰੂ ਕੀਤਾ। ਤਾਂ ਸਾਰੇ ਜਿਹੜੇ ਉਸ ਸਮੇਂ ਦੇ ਉਹਨਾਂ ਦੇ ਪੁਜਾਰੀ ਸੀ, ਜਿਹੜੇ ਕਿ ਸਰਕਾਰੀ ਪੱਖ ਦੇ ਸਨ, ਬਹੁਤਿਆਂ ਨੇ ਪ੍ਰਸ਼ਾਦ ਲਿਆ ਨਹੀਂ, ਉੱਠ ਕੇ ਚਲੇ ਗਏ। ਕਈਆਂ ਨੇ ਲੈ ਕੇ ਵੀ ਖਾਧਾ ਨਹੀਂ, ਪਰ ਉਹ ਜ਼ਿਆਦਾਤਰ ਜਿਹੜਾ ਸਾਰੀ ਸੰਗਤ ਦੇ ਵਿੱਚ ਪ੍ਰਸ਼ਾਦ ਜਦੋਂ ਵਰਤਿਆ ਤਾਂ ਜਦੋਂ ਪ੍ਰਸ਼ਾਦ ਛਕਣ ਤੋਂ ਬਾਅਦ ਤਾਂ ਜਥੇਦਾਰ ਝੱਬਰ ਜੀ ਨੇ ਸੰਗਤ ਨੂੰ ਪ੍ਰਸ਼ਾਦ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਵੀ ਪ੍ਰਸ਼ਾਦ ਭੇਟਾ ਕਰਨ ਲਈ ਪ੍ਰੇਰਿਆ। ਤੇ ਜਦੋਂ ਜਕਾਰੇ ਲੱਗਦੀ ਸੰਗਤ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲ ਨੂੰ ਗਈ ਤਾਂ ਉੱਥੋਂ ਉਹ ਜਿਹੜੇ ਪੁਜਾਰੀ ਹੈ ਉਹ ਛੱਡ ਕੇ ਭੱਜ ਚੁੱਕੇ ਸੀ, ਛੱਡ ਕੇ ਜਾ ਚੁੱਕੇ ਸੀ, ਜਿਸ ਦਾ ਮੌਕੇ ਤੇ ਹੀ ਜਥੇਦਾਰ ਝੱਬਰ ਜੀ, ਜਥੇਦਾਰ ਭੁੱਚਰ ਸਾਹਿਬ, ਉਹਨਾਂ ਨੇ ਬਦਲਵੇਂ ਪ੍ਰਬੰਧ ਜਿਹੜੇ ਹੈ ਉਹ ਉੱਥੇ ਕੀਤੇ ਹੋਏ ਸਨ, ਕਰਨੇ ਪਏ ਔਰ ਕੀਤੇ ਉਸ ਜਗ੍ਹਾ ਦੇ ਉੱਤੇ। ਤਾਂ ਜੇ ਆਪਾਂ 15 ਨਵੰਬਰ 2020 ਨੂੰ ਦੇ ਲਈ ਇੱਕ ਵੱਡਾ ਐਲਾਨ ਉਸ ਦਿਨ ਹੋ ਗਿਆ 12 ਅਕਤੂਬਰ 1920 ਨੂੰ ਕਿ ਵੱਡਾ ਇਕੱਠ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਕੀਤਾ ਜਾਵੇ। ਤੇ ਇਕੱਠ ਕਰਨ ਦੇ ਲਈ ਬੜੀ ਸੋਚੀ ਸਾਚੀ ਇੱਕ ਨੀਤੀ ਦੇ ਤਹਿਤ ਉਹਨਾਂ ਨੇ ਕਿਹਾ ਕਿ ਪੰਜੋ ਤਖਤ ਸਾਹਿਬਾਨਾਂ ਤੋਂ 5-5 ਬੰਦੇ ਆਣਗੇ, ਚਾਰੋਂ ਤਖਤ ਸਾਹਿਬਾਨਾਂ ਤੋਂ 5-5 ਬੰਦੇ ਆਉਣਗੇ, ਕਿਉਂਕਿ ਉਸ ਵੇਲੇ 4 ਤਖਤ ਸੀਗੇ। ਗੁਰੂ ਘਰਾਂ ਵੱਲੋਂ ਇੱਕ ਸਿੰਘ ਆਵੇਗਾ, ਸਿੰਘ ਜਥਿਆਂ ਵੱਲੋਂ 5-5 ਬੰਦੇ ਆਣਗੇ। ਉਸ ਵੇਲੇ ਜਥੇ ਥਾਪੇ ਹੋਏ ਸੀ ਜਿਹੜੇ ਕਿ ਇਹ ਸੁਧਾਰ ਲਹਿਰ ਦੇ ਵਿੱਚ ਚੱਲੇ ਹੋਏ ਸੀ। ਇਸੇ ਤਰ੍ਹਾਂ ਸਕੂਲਾਂ, ਕਾਲਜਾਂ, ਫੌਜੀ ਸਿੰਘਾਂ, ਨਿਹੰਗ ਸਿੰਘਾਂ, ਰਿਆਸਤਾਂ, ਸਿੱਖ ਰਸਾਲਿਆਂ ਆਦਿ ਨੂੰ ਸਭ ਨੂੰ ਪ੍ਰਤੀਨਿਧੀ ਭੇਜਣ ਲਈ ਕਿਹਾ। ਪਰ ਜਿਹੜੇ ਪ੍ਰਤੀਨਿਧੀ ਸ਼ਾਮਲ ਹੋਣੇ ਸੀ ਉਹ ਕੌਣ ਸਨ? 5 ਰਹਿਤਾਂ ਦੇ ਧਾਰਨੀ ਹੋਣੇ ਜ਼ਰੂਰੀ ਸਨ, 4 ਕਰੈਤਾਂ ਤੋਂ ਬਚੇ ਹੋਏ ਜ਼ਰੂਰੀ ਸਨ ਤੇ ਦਸਵੰਧ ਦੇਣ ਵਾਲੇ ਹੋਣੇ ਚਾਹੀਦੇ ਸਨ। ਇਹ 3 ਜਿਹੜੀਆਂ ਸ਼ਰਤਾਂ ਉਸ ਸਮੇਂ ਲਾਈਆਂ, ਜਿਹਦੇ 'ਚ ਉਸ ਦਿਨ 15 ਨਵੰਬਰ 1920 ਨੂੰ 10-12 ਹਜ਼ਾਰ ਬੰਦੇ ਦੀ ਇਕੱਤਰਤਾ, 10-12 ਹਜ਼ਾਰ ਸਿੰਘਾਂ ਦੀ ਇਕੱਤਰਤਾ ਜਿਹੜੀ ਹੋਈ। ਜਦੋਂ ਇਕੱਤਰਤਾ ਹੋਈ, ਦੀਵਾਨ ਸ਼ੁਰੂ ਹੋਏ, ਤਾਂ ਉਸ ਵੇਲੇ ਵੀ ਕੀਤਾ ਗਿਆ ਕਿ ਹਰ ਜ਼ਿਲ੍ਹੇ 'ਚੋਂ 5-5 ਸਿੰਘਾਂ ਦੇ ਨਾਂ ਦਿਓ ਜਿਹੜੇ ਕਿ ਅੱਜ ਕਮੇਟੀ ਬਣਾਵਾਂਗੇ। ਤਾਂ ਜਿਹਦੇ 'ਚੋਂ 150 ਦੇ ਕਰੀਬ ਨਾਮ ਇਕੱਠੇ ਹੋਏ। ਇੱਕ ਇਹਦੇ ਵਿੱਚ ਐਪੀਸੋਡ ਰਹਿ ਗਿਆ ਸੀ, ਜਦੋਂ ਇਹ ਐਲਾਨ ਹੋ ਗਿਆ ਕਿ 15 ਨਵੰਬਰ 1920 ਨੂੰ ਵੱਡੀ ਇਕੱਤਰਤਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹੋਣ ਜਾ ਰਹੀ ਹੈ, ਤਾਂ ਉਸ ਵੇਲੇ ਦੇ ਮਹਾਰਾਜਾ ਪਟਿਆਲਾ ਵੱਲੋਂ ਸਰਕਾਰੀ ਧਿਰ ਨਾਲ ਸਲਾਹ ਮਸ਼ਵਰੇ ਦੇ ਦੌਰਾਨ ਤੇ ਸਰਕਾਰ ਵੱਲੋਂ 36 ਮੈਂਬਰੀ ਇੱਕ ਕਮੇਟੀ ਐਲਾਨ ਕਰਵਾ ਦਿੱਤੀ ਗਈ ਕਿ ਸ਼ਾਇਦ ਇਹ ਜਿਹੜਾ ਹੈਗਾ ਇਕੱਤਰਤਾ ਰੁਕ ਜਾਵੇ ਔਰ ਜਿਹੜਾ ਪ੍ਰਬੰਧ ਹੈ ਫਿਰ ਸਰਕਾਰ ਦੇ ਥਾਪੇ ਹੋਏ ਨੁਮਾਇੰਦਿਆਂ ਦੇ ਰਾਹੀਂ ਚੱਲਦਾ ਰਹੇ। 36 ਮੈਂਬਰੀ ਕਮੇਟੀ ਉਸ ਵੇਲੇ ਸਰਕਾਰੀ ਧਿਰ ਨੇ ਐਲਾਨ ਤੀ, ਪਰ ਉਸ ਸਮੇਂ ਤੱਕ ਇਹ ਗੱਲ ਰੁਕੀ ਨਹੀਂ ਔਰ ਸਿੰਘ ਇਕੱਠੇ ਹੋ ਕੇ 150 ਦੇ ਕਰੀਬ ਨਾਮ ਇਕੱਠੇ ਕਰ ਲਏ। ਪਰ ਟਕਰਾਅ ਤੋਂ ਬਚਣ ਦੇ ਲਈ ਉਸ ਵੇਲੇ ਦੇ ਕਿੰਨੇ ਸਾਡੇ ਕਹਿ ਲਈਏ ਕਿ ਸਿੰਘ ਜਿੰਨੇ ਵੀ ਇਕੱਠੇ ਹੋਏ ਸੀ, ਜਿਹਦੇ 'ਚ ਕਰਤਾਰ ਸਿੰਘ ਜੀ ਝੱਬਰ ਸਾਹਿਬ ਜਾਂ ਭੁੱਚਰ ਸਾਹਿਬ ਸਾਰੇ ਇਹ ਸੀਗੇ,
ਤਾਂ ਕਿੰਨੀ ਉਹਨਾਂ 'ਚ ਨਿਮਰਤਾ ਸੀ। ਉਹਨਾਂ ਨੇ ਕਿਹਾ ਕਿਸੇ ਟਕਰਾਅ 'ਚ ਨਹੀਂ ਪੈਣਾ, ਜਿਹੜੇ 36 ਮੈਂਬਰ ਸਰਕਾਰ ਨੇ ਬਣਾਏ ਆ ਆਪਾਂ ਉਹ ਵੀ ਇਹਨਾਂ ਨੂੰ ਸ਼ਾਮਲ ਕਰ ਲੈਂਦੇ ਆ। ਤੇ ਕੁੱਲ 175 ਮੈਂਬਰੀ ਕਮੇਟੀ ਜਿਹੜੀ ਹੈ ਉਹ ਚੁਣੀ ਗਈ। ਤੇ ਜਦੋਂ ਮੈਂਬਰੀ 175 ਮੈਂਬਰ ਚੁਣੇ ਗਏ ਤਾਂ ਉਹਨਾਂ 175 ਦੇ ਵਿੱਚੋਂ ਪ੍ਰਧਾਨ ਚੁਣਨਾ ਸੀ ਤੇ ਪ੍ਰਧਾਨ ਦੇ ਲਈ 2 ਨਾਮ ਜਿਹੜੇ ਆ ਉਹ ਪੇਸ਼ ਹੋਏ, ਜਿਹਦੇ 'ਚ ਸਰਦਾਰ ਸੁੰਦਰ ਸਿੰਘ ਮਜੀਠੀਆ ਸਾਹਿਬ ਅਤੇ ਸਰਦਾਰ ਹਰਬੰਸ ਸਿੰਘ ਜੀ ਅਟਾਰੀ ਦੇ ਨਾਮ ਜਿਹੜੇ ਆ 2 ਜਿਹੜੇ ਆ ਉਹ ਨਾਮ ਆਏ। ਤਾਂ ਜਦੋਂ ਇਹ ਨਾਮਾਂ ਤੇ ਵਿਚਾਰਾਂ ਹੋਣੀਆਂ ਸ਼ੁਰੂ ਹੋਈਆਂ ਤਾਂ ਕੁਝ ਸਿੰਘਾਂ ਨੇ ਉੱਠ ਕੇ ਇਹ ਗੱਲ ਦਾ ਸੁਝਾਅ ਦਿੱਤਾ ਕਿ ਮਜੀਠੀਆ ਸਾਹਿਬ ਨੇ 1 ਮਹੀਨੇ ਬਾਅਦ ਜਿਹੜੀ ਇੱਕ ਗਵਰਨਮੈਂਟ ਦਾ ਕੋਈ ਅਹੁਦਾ ਸੀ ਉਹਦੇ ਤੇ ਚਲੇ ਜਾਣਾ ਹੈ ਤੇ ਇਸ ਕਰਕੇ ਮੌਕਾ ਜਿਹੜਾ ਮਜੀਠੀਆ ਸਾਹਿਬ ਨੂੰ ਮਿਲਣਾ ਚਾਹੀਦਾ। ਉਸ ਤੋਂ ਬਾਅਦ ਭਾਵੇਂ ਸਰਦਾਰ ਹਰਬੰਸ ਸਿੰਘ ਜੀ ਅਟਾਰੀ ਸਾਹਿਬ ਜਿਹੜੇ ਆ ਉਹ ਬਣ ਜਾਣ। ਤਾਂ ਸਰਦਾਰ ਹਰਬੰਸ ਸਿੰਘ ਜੀ ਅਟਾਰੀ ਸਾਹਿਬ ਨੇ ਆਪਣਾ ਨਾਮ ਵਾਪਸ ਲਿਆ, ਜਿਹਦੇ 'ਚ ਨਿਰਵਿਰੋਧ ਸਰਦਾਰ ਸੁੰਦਰ ਸਿੰਘ ਮਜੀਠੀਆ ਸਾਹਿਬ ਨੂੰ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅੱਜ ਦੇ ਦਿਨ ਹੋਂਦ ਦੇ ਵਿੱਚ ਆਈ ਸੀ, ਪਹਿਲਾ ਪ੍ਰਧਾਨ ਜਿਹੜਾ ਉਹਨਾਂ ਨੂੰ ਚੁਣ ਦਿੱਤਾ ਗਿਆ। ਸਰਦਾਰ ਹਰਬੰਸ ਸਿੰਘ ਜੀ ਅਟਾਰੀ ਸਾਹਿਬ ਨੂੰ ਮੀਤ ਪ੍ਰਧਾਨ ਤੇ ਬਾਬਾ ਹਰਕ੍ਰਿਸ਼ਨ ਸਿੰਘ ਜੀ ਨੂੰ ਸਕੱਤਰ ਜਿਹੜਾ ਸੀਗਾ ਉਹ ਬਣਾ ਦਿੱਤਾ ਗਿਆ, ਜਿਹਦੀ ਕਿ ਇਹ ਕਮੇਟੀ ਦੀ ਚੋਣ ਹੋਈ। ਉਸ ਤੋਂ ਬਾਅਦ ਅਪ੍ਰੈਲ 1921 ਦੇ ਵਿੱਚ ਇਹ ਕਮੇਟੀ ਬਕਾਇਦਾ ਰਜਿਸਟਰਡ ਕਰਾਈ ਗਈ। ਇਸ ਤਰ੍ਹਾਂ ਅੱਜ ਦੇ ਦਿਨ ਜਿਹੜੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ ਤੇ ਹੋਂਦ ਦੇ ਵਿੱਚ ਆ ਕੇ ਉਸ ਤੋਂ ਬਾਅਦ ਅੱਗੇ ਜਿਹੜਾ ਕੰਮ ਸ਼ੁਰੂ ਕਰਦੇ ਗਏ। ਤੇ ਮੈਂ 2 ਘਟਨਾਵਾਂ ਇਹਦੇ 'ਚ ਹੋਰ, ਜਿਹੜਾ ਪਹਿਲਾ ਸਾਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋਇਆ ਤਾਂ ਉਹਦੇ ਬਾਰੇ ਵੀ ਜਿਹੜਾ ਹੈਗਾ ਤੁਹਾਡੇ ਨਾਲ ਜ਼ਿਕਰ ਜ਼ਰੂਰ ਕਰਾਂਗਾ। ਇਸੇ ਤਰ੍ਹਾਂ ਪੰਜਾ ਸਾਹਿਬ ਦਾ ਸਾਕਾ ਜਿਹੜਾ ਸੀ ਉਹ ਵੀ ਹੋਇਆ। ਸਭ ਤੋਂ ਪਹਿਲਾਂ ਪੰਜਾ ਸਾਹਿਬ ਦਾ ਸਾਕਾ ਹੋਇਆ ਕਿ ਉੱਥੋਂ ਦੇ ਜਿਹੜਾ ਕੋਈ ਠੇਕੇਦਾਰ ਬਣਿਆ ਬੈਠਾ ਸੀ, ਜਿਹੜਾ ਪ੍ਰਸ਼ਾਦ ਚੜਾਉਂਦਾ ਸੀ, ਉਹਦਾ ਵੀ ਠੇਕੇਦਾਰ ਵਿੱਚ ਸਿਗਰਟਾਂ ਬੀੜੀਆਂ ਵੇਚਦਾ ਸੀ। ਉਹਦੀ ਜਦੋਂ ਇਤਲਾਹ ਸ੍ਰੀ ਅਕਾਲ ਤਖਤ ਸਾਹਿਬ ਤੇ ਆਈ ਤਾਂ ਉਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਆਪਾਂ ਇਹਦੇ ਵਿੱਚ ਸੁਧਾਰ ਜਿਹੜਾ ਹੈਗਾ ਉਹ ਕਰਨਾ ਹੈ। ਤਾਂ ਫੈਸਲਾ ਹੋ ਗਿਆ ਕਿ ਕਰਤਾਰ ਸਿੰਘ ਝੱਬਰ ਦੀ ਅਗਵਾਈ ਦੇ ਵਿੱਚ ਰਾਗੀ ਸਿੰਘਾਂ ਦੇ ਸਮੇਤ 18 ਨਵੰਬਰ 1920 ਨੂੰ ਜਿਹੜਾ ਹੈਗਾ ਜਥਾ 25 ਸਿੰਘਾਂ ਦਾ ਉਹ ਪੰਜਾ ਸਾਹਿਬ ਜਾਵੇਗਾ। ਤੇ ਹਾਲਾਤ ਦੇਖੋ ਕੀ ਸਨ ਤੇ ਕੀ ਸਾਡੇ ਉਸ ਸਮੇਂ ਦੇ ਸਿੰਘਾਂ ਦੀਆਂ ਘਾਲਣਾ ਸਨ ਕਿ 90 ਰੁਪਏ ਜਥੇ ਦਾ ਸਾਰੇ ਦਾ ਕਿਰਾਇਆ ਲੱਗਣਾ ਸੀ ਤੇ ਕਿਰਾਇਆ ਨਹੀਂ ਸੀਗਾ। ਜਦੋਂ ਇਹ ਗੱਲ ਸਰਦਾਰ ਤੇਜਾ ਸਿੰਘ ਭੁੱਚਰ ਦੇ ਬਿਰਧ ਬਾਪ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਅਗਲੇ ਦਿਨ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ, ਸ੍ਰੀ ਦਰਬਾਰ ਸਾਹਿਬ ਦੇ ਵਿੱਚ 100 ਰੁਪਈਆ ਜਿਹੜਾ ਹੈਗਾ ਉਹ ਸਰਦਾਰ ਕਰਤਾਰ ਸਿੰਘ ਝੱਬਰ ਸਾਹਿਬ ਵੱਲ ਵਧਾਇਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਲੋਕ ਸੇਵਾ ਦੇ ਕੰਮ ਦੇ ਵਿੱਚ ਲੱਗੇ ਹੋ, ਅੱਜ ਹੀ 100 ਰੁਪਈਆ ਨਹੀਂ, ਮੈਂ ਹਰ ਮਹੀਨੇ ਜਿਹੜਾ ਹੈਗਾ 100 ਰੁਪਈਆ ਸੰਗਤ ਨੂੰ ਦੇਵਾਂਗਾ ਤੇ ਤੁਸੀਂ ਇਸ ਗੱਲ ਨੂੰ ਅੱਗੇ ਵਧਾਓ। ਤੇ ਉਹ ਸਰਦਾਰ ਕਰਤਾਰ ਸਿੰਘ ਝੱਬਰ ਸਾਹਿਬ ਨੇ 10 ਰੁਪਏ ਵਾਪਸ ਕੀਤੇ, 90 ਰੁਪਏ ਕਿਰਾਏ ਲਈ ਲੈ ਕੇ ਤੇ ਚਾਲੇ ਪਾਏ। ਤੇ ਉਸ ਵੇਲੇ ਦੀ ਕਾਂਗਰਸ ਪਾਰਟੀ ਨੇ ਇੱਕ ਮੀਟਿੰਗ ਕੀਤੀ ਕਵੀਸ਼ਰ ਸਰਦੂਲ ਸਿੰਘ ਦੀ ਕੋਠੀ ਦੇ ਵਿੱਚ ਤੇ ਡਿਊਟੀ ਲੱਗੀ ਅਮਰ ਸਿੰਘ ਝਬਾਲ ਦੀ ਕਿ ਕਿਸੇ ਤਰੀਕੇ ਇਸ ਜਥੇ ਨੂੰ ਰੋਕਿਆ ਜਾਵੇ। ਤੇ ਅਮਰ ਸਿੰਘ ਝਬਾਲ ਨੇ ਜਾ ਕੇ ਜਥੇ ਦੇ ਵਿੱਚ ਗੱਲ ਕੀਤੀ ਸਰਦਾਰ ਕਰਤਾਰ ਸਿੰਘ ਝੱਬਰ ਸਾਹਿਬ ਨਾਲ ਤੇ ਉਹਨਾਂ ਨੇ ਕਿਹਾ ਕਿ ਗਾਂਧੀ ਜੀ ਕਹਿੰਦੇ ਹਨ ਕਿ 31 ਦਸੰਬਰ ਨੂੰ ਸਵਰਾਜ ਹੋ ਜਾਣਾ ਦੇਸ਼ ਨੇ, ਮਤਲਬ ਆਜ਼ਾਦ ਹੋ ਜਾਣਾ। ਜਾਂ ਸਵਰਾਜ ਸ਼ਬਦ ਕਿਉਂ ਵਰਤਿਆ, ਕਿਵੇਂ ਵਰਤਿਆ, ਇਸ ਡੂੰਘਾਈ ਤੱਕ ਮੈਂ ਹਾਲੇ ਪੜ੍ਹ ਨਹੀਂ ਸਕਿਆ। ਤਾਂ ਤੁਸੀਂ ਇਹ ਜਥਾ ਲੈ ਕੇ ਨਾ ਜਾਓ। ਮੈਂ ਇੱਕ ਗੱਲ ਦੀ ਹੈਰਾਨੀ ਪ੍ਰਗਟ ਕਰਦਾ ਹਾਂ ਕਿ ਕਾਂਗਰਸ ਪਾਰਟੀ ਭਾਵੇਂ ਮਹਾਰਾਜਾ ਪਟਿਆਲਾ ਦੇ ਰਾਹੀਂ 36 ਮੈਂਬਰੀ ਕਮੇਟੀ ਬਣਨੀ, ਭਾਵੇਂ ਇੱਥੇ ਆ ਕੇ ਜਥੇ ਨੂੰ ਰੋਕਣ ਦੇ ਲਈ ਉਹੀ ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਹੋਣੀਆਂ ਔਰ ਰੋਕਣਾ, ਪਰ ਜਥੇਦਾਰ ਕਰਤਾਰ ਸਿੰਘ ਝੱਬਰ ਸਾਹਿਬ ਜਿਹੜੇ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਚੱਲੇ ਸੀ, ਇਹ ਜਿਹੜਾ ਪੰਜਾ ਸਾਹਿਬ ਦੇ ਪ੍ਰਬੰਧ ਵੀ ਜਿਹੜੇ ਆ ਉਹ ਸੰਗਤਾਂ ਨੇ ਆਪਣੇ ਹੱਥ ਲਏ। ਉਸ ਤੋਂ ਬਾਅਦ ਅਗਲਾ ਸਾਕਾ ਇੱਕ ਤਰਨਤਾਰਨ ਸਾਹਿਬ ਦਾ ਆਉਂਦਾ। 24 ਜਨਵਰੀ 1921 ਨੂੰ ਇੱਕ ਇਕੱਤਰਤਾ ਜਦੋਂ ਅਕਾਲ ਤਖਤ ਸਾਹਿਬ ਤੇ ਹੋਈ ਸੀ ਤੇ ਉੱਥੇ ਭਾਈ ਸੰਤ ਸਿੰਘ ਸਟਾਮਫਰੋਸ਼ ਦੀ ਧਰਮ ਪਤਨੀ ਵੱਲੋਂ ਆ ਕੇ ਰੋਣਾ ਪਿੱਟਣਾ ਸ਼ੁਰੂ ਕੀਤਾ ਔਰ ਦੱਸਿਆ ਕਿ ਮੇਰੇ ਬੇਟੇ ਨੂੰ ਗਲ ਦੇ ਨਾਲ ਪੱਥਰ ਬੰਨ੍ਹ ਕੇ ਸਰੋਵਰ ਦੇ ਵਿੱਚ ਡੁਬੋ ਕੇ ਮਾਰ ਦਿੱਤਾ, ਮੇਰੀ ਜਵਾਨ ਬੇਟੀ ਨਾਲ ਛੇੜਖਾਨੀਆਂ ਕੀਤੀਆਂ। ਤਾਂ ਸਾਰੇ ਨੌਜਵਾਨ ਉਸ ਵੇਲੇ ਦੇ ਇੱਕੋ ਦਮ ਖੂਨ ਖੌਲ ਉੱਠਿਆ ਤੇ ਇੱਕੋ ਦਮ ਲੜਾਈ ਲਈ ਤਿਆਰ ਬਰ-ਤਿਆਰ ਹੋ ਗਏ। ਪਰ ਜਥੇਦਾਰ ਭੁੱਚਰ ਨੇ, ਸਰਦਾਰ ਤੇਜਾ ਸਿੰਘ ਭੁੱਚਰ ਸਾਹਿਬ ਨੇ ਉਹਨਾਂ ਨੂੰ ਸ਼ਾਂਤ ਕੀਤਾ।
ਸ਼ਾਂਤ ਕਰਕੇ ਅਗਲੀ ਤਿਆਰੀ ਵਿੱਢੀ। ਤਿਆਰੀ ਕਰਕੇ 26 ਜਨਵਰੀ 1921 ਨੂੰ 40 ਸਿੰਘਾਂ ਦੇ ਜਥੇ ਦੇ ਨਾਲ ਉੱਥੇ ਜਿਹੜਾ ਤਰਨਤਾਰਨ ਸਾਹਿਬ ਪਹੁੰਚੇ। ਜਾ ਕੇ ਕੀਰਤਨ ਸੁਣਿਆ, ਮੱਥਾ ਟੇਕਿਆ ਤੇ ਕੋਈ ਗੱਲਬਾਤ ਸ਼ੁਰੂ ਕੀਤੀ। ਜਦੋਂ ਗੱਲਬਾਤ ਸ਼ੁਰੂ ਕਰਨ ਤੋਂ ਪੁਜਾਰੀਆਂ ਨੂੰ ਇਹ ਪਤਾ ਲੱਗਿਆ ਕਿ ਸਿੰਘ ਮਨ ਧਾਰ ਕੇ ਆਏ ਹੋਏ ਤੇ ਉਹਨਾਂ ਨੇ ਸਾਜ਼ਿਸ਼ ਕਰੀ। ਸਾਜ਼ਿਸ਼ ਦੇ ਅਧੀਨ ਕਿਹਾ ਕਿ ਜਿਹੜੀਆਂ ਤੁਹਾਡੀਆਂ ਹਦਾਇਤਾਂ ਹੈ ਉਹ ਲੈ ਕੇ ਆਓ ਕਿ ਤੁਸੀਂ ਕਿਵੇਂ ਪ੍ਰਬੰਧ ਹੋਣੇ ਚਾਹੀਦੇ ਆ। ਤਾਂ ਉਹਨਾਂ ਨੇ ਕਿਹਾ ਕਿ ਨਿਯਮਾਂ ਅਨੁਸਾਰ ਸੇਵਾ ਹੋਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਨਕ ਕਮੇਟੀ ਬਣੇ, ਲੋਕਾਂ ਨੂੰ ਨਾਲ ਵਿੱਚ ਜੋੜਿਆ ਜਾਵੇ। ਕੁਰੀਤੀਆਂ ਜਿਹੜੀਆਂ ਉਹਨਾਂ ਤੋਂ ਦੂਰ ਹੋਣ, ਜਿਹੜੇ ਗ੍ਰੰਥੀ ਤੇ ਸੇਵਾਦਾਰ ਜਿਹੜੇ ਹੈ ਉਹ ਦੂਰ ਹੋਣ ਤੇ ਗ੍ਰੰਥੀ ਤੇ ਸੇਵਾਦਾਰ ਅੰਮ੍ਰਿਤਧਾਰੀ ਹੋਣ। ਤੇ ਜੇ ਕੋਈ ਪੁਜਾਰੀ ਇਸ ਗੱਲ ਦੀ ਕੋਈ ਗਲਤ ਫੜਿਆ ਜਾਂਦਾ ਤਾਂ ਉਹਨੂੰ ਕੋਈ ਸਜ਼ਾ ਹੋਵੇ। ਇਹ 5 ਤਰ੍ਹਾਂ ਦੀਆਂ ਸ਼ਰਤਾਂ ਜਦੋਂ ਦਸੀਆਂ ਤਾਂ ਉਹਨਾਂ ਨੇ ਸਾਜ਼ਿਸ਼ ਕਰਕੇ ਕਿ ਸਾਫ਼-ਸਾਫ਼ ਲਿਖ ਕੇ ਲਿਆਓ ਤੇ ਸਾਡੇ ਜਿਹੜੇ ਪ੍ਰਬੰਧਕ ਉਹ ਦਸਤਖਤ ਕਰ ਦੇਣਗੇ। ਤੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਪਹੁੰਚੇ, ਪਹਿਲਾਂ ਇੱਕ ਧਮਾਕਾ ਕੀਤਾ ਜਾਂਦਾ, ਫਿਰ ਇੱਟਾਂ ਰੋੜਿਆਂ ਦੇ ਨਾਲ ਉਹਨਾਂ ਤੇ ਹਮਲਾ ਕੀਤਾ ਜਾਂਦਾ ਹੈ, ਜਿਹਦੇ 'ਚ 10 ਸਿੰਘ ਜਿਹੜੇ ਆ ਮੌਕੇ ਤੇ ਸ਼ਹੀਦ ਜ਼ਖਮੀ ਹੋ ਗਏ। ਜਦੋਂ ਬੁਰੀ ਤਰ੍ਹਾਂ ਜ਼ਖਮੀ ਹੋਏ ਸਿੰਘਾਂ ਨੂੰ ਲੋਕਲ ਪੁਲਿਸ ਤੇ ਤਹਿਸੀਲਦਾਰ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਔਰ 27 ਜਨਵਰੀ 1921 ਨੂੰ ਭਾਈ ਹਜ਼ਾਰਾ ਸਿੰਘ ਅਲਾਦੀਨਪੁਰ ਸ਼ਹੀਦ ਹੋ ਗਏ ਉਸ ਜਿਹੜੇ ਸੱਟਾਂ ਲੱਗੀਆਂ ਕਾਰਨ। 4 ਫਰਵਰੀ 1921 ਨੂੰ ਭਾਈ ਹੁਕਮ ਸਿੰਘ ਜੀ ਜਿਹੜੇ ਗੁਰਦਾਸਪੁਰ ਨਾਲ ਤਾਲੁਕ ਰੱਖਦੇ ਸਨ ਉਹ ਸ਼ਹੀਦ ਹੋ ਗਏ। ਮੈਂ ਇਹ ਗੁਰਦੁਆਰਾ ਸੁਧਾਰ ਲਹਿਰ ਦਾ ਜਾਂ ਇਹ ਗੁਰਦੁਆਰਿਆਂ ਨੂੰ ਉਹਨਾਂ ਮਹੰਤਾਂ ਪੁਜਾਰੀਆਂ ਤੋਂ ਖਾਲੀ ਕਰਾਉਣ ਲਈ ਇਹ ਸਭ ਤੋਂ ਪਹਿਲੀਆਂ 2 ਸ਼ਹਾਦਤਾਂ ਸਨ। ਪਰ ਸਿੰਘ ਕਾਮਯਾਬ ਹੋਏ ਔਰ 15 ਮੈਂਬਰੀ ਕਮੇਟੀ ਬਣਾ ਕੇ ਉੱਥੇ ਜਿਹੜਾ ਪ੍ਰਬੰਧ ਹੈ ਉਹ ਆਪਣੇ ਹੱਥਾਂ ਦੇ ਵਿੱਚ ਲਿਆ ਔਰ ਗੁਰੂ ਮਰਜ਼ਾਦਾ ਅਨੁਸਾਰ ਜਿਹੜੇ ਪ੍ਰਬੰਧ ਹੈ ਉਹ ਉੱਥੇ ਚਾਲੂ ਕੀਤੇ। ਇਸ ਕਰਕੇ ਮੈਂ ਸਮਝਦਾ ਕਿ ਸਮੇਂ-ਸਮੇਂ ਤੇ ਬੜੇ ਵਾਰ ਇਸ ਸਿੱਖ ਧਰਮ ਦੇ ਉੱਤੇ ਹੋਏ ਆ। ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਜਿਹੜਾ ਨਵੰਬਰ 1925 ਨੂੰ ਜਦੋਂ ਐਕਟ ਬਣਿਆ, ਮੈਂ ਸਮਝਦਾ ਇਹ ਬਹੁਤ ਵੱਡੀ ਜਿੱਤ ਸਿੱਖਾਂ ਦੀ ਹੋਈ ਸੀ ਕਿ ਜਿਹੜਾ ਪ੍ਰਬੰਧ ਹੈ ਉਹ ਆਪਣੇ ਚੁਣੇ ਹੋਏ ਨੁਮਾਇੰਦੇ ਜਿਹੜੇ ਆ ਉਹ ਖੁਦ ਕਰਨਗੇ। ਤੇ ਜਿਹਦੇ ਐਕਟ ਦੇ ਤਹਿਤ ਹੀ 170 ਦੇ ਕਰੀਬ ਜਿਹੜੇ ਮੈਂਬਰ ਆ ਅੱਜ ਪੰਜਾਬ, ਹਰਿਆਣਾ, ਹਿਮਾਚਲ, ਇਸੇ ਤਰ੍ਹਾਂ ਸਾਡੇ ਚੰਡੀਗੜ੍ਹ, ਸਾਰੇ ਇਲਾਕਿਆਂ ਦੇ ਵਿੱਚੋਂ ਚੁਣ ਕੇ ਮੈਂਬਰ ਆਉਂਦੇ ਆ। ਤੇ 15 ਮੈਂਬਰ ਵੱਖ-ਵੱਖ ਥਾਵਾਂ ਦੇ ਨਾਮਜ਼ਦ ਕਰ ਸਕਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਸੇ ਤਰ੍ਹਾਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਤੇ ਸਾਡੇ 5 ਤਖਤਾਂ ਦੇ ਜਥੇਦਾਰ ਸਾਹਿਬਾਨ ਇਸ ਕਮੇਟੀ ਦੇ ਮੈਂਬਰ ਹੁੰਦੇ ਆ, ਜਿਹਦੇ ਨਾਲ 100 ਤੇ ਲਗਭਗ 91 ਮੈਂਬਰੀ ਇਹ ਜਿਹੜੀ ਕਮੇਟੀ ਹੈ ਉਹ ਸਾਡੀ ਹੋਂਦ ਚਾਹੁੰਦੀ ਹੈ, ਜਿਹੜੀ ਆਪਣੇ ਪ੍ਰਬੰਧ ਜਿਹੜੀ ਹੈ ਪ੍ਰਧਾਨ ਚੁਣ ਕੇ ਜਾਂ ਬਾਕੀ ਦੀ ਸਾਰੀ ਕਮੇਟੀ ਚੁਣ ਕੇ ਇਹ ਪ੍ਰਬੰਧ ਜਿਹੜੇ ਹੈ ਇਹ ਸਾਰੇ ਦੇ ਸਾਰੇ ਕਰਦੀ ਹੈ। ਇਸ ਕਰਕੇ ਉਹਨਾਂ ਦਾ ਅੱਜ ਸਥਾਪਨਾ ਦਿਵਸ ਹੈ, ਜਿਹਦੇ ਪ੍ਰਤੀ ਸ਼੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਵਿਖੇ ਦੀਵਾਨ ਹਾਲ ਦੇ ਵਿੱਚ ਰਖਵਾਏ ਗਏ ਹੈ ਔਰ 17 ਤਰੀਕ ਨੂੰ ਉਸ ਦੇ ਭੋਗ ਪੈਣੇ ਆ। ਮੈਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ, ਸਮੁੱਚੇ ਸਿੱਖ ਜਗਤ ਨੂੰ ਬੇਨਤੀ ਕਰੂੰਗਾ ਕਿ ਆਓ ਉਸ ਮਹਾਨ ਘੜੀ ਦੇ ਆਪਾਂ ਵਿੱਚ ਸ਼ਾਮਲ ਹੋਈਏ। ਮਹਾਨ ਘੜੀ ਦੇ ਵਿੱਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਸੁਭਾਗੇ ਪ੍ਰਾਪਤ ਕਰੀਏ। ਜਿੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ ਉੱਥੇ 100 ਸਾਲਾ ਇਤਿਹਾਸ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਸ ਇਤਿਹਾਸ ਨੂੰ ਸੁਣਨ ਦੇ ਲਈ, ਉਸ ਇਤਿਹਾਸ ਦੇ ਪ੍ਰਤੀ ਉੱਥੇ ਜਿਹੜੀਆਂ ਵੀ ਕੋਈ ਹੋਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ, ਭਾਵੇਂ ਕੋਈ ਉੱਥੇ ਗੈਲਰੀਆਂ ਬਣਾ ਕੇ ਜਾਂ ਵੱਖਰੋ ਵੱਖਰੀਆਂ ਤਸਵੀਰਾਂ ਬਣਾ ਕੇ ਬਹੁਤ ਵਧੀਆ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਆ। ਆਓ ਉਸ ਇੱਕ ਘੜੀ ਦੇ ਆਪਾਂ ਗਵਾਹ ਬਣੀਏ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਮਨਾਉਣ ਦੇ ਲਈ ਆਪਾਂ ਸ੍ਰੀ ਦਰਬਾਰ ਸਾਹਿਬ 17 ਤਰੀਕ ਨੂੰ ਇਕੱਠੇ ਹੋਈਏ, ਜਿੱਥੇ ਸਮੂਹ ਸੰਗਤ ਨੂੰ ਮੈਂ ਆਪਣੇ ਵੱਲੋਂ, ਆਪਣੀ ਪਾਰਟੀ ਵੱਲੋਂ ਦਿਲ ਦੀਆਂ ਗਹਿਰਾਈਆਂ ਚੋਂ ਮੁਬਾਰਕਬਾਦ ਦਿੰਦਾ ਹੈ ਕਿ ਸਿੱਖ ਸੰਗਤ ਦੀ, ਸਿੱਖ ਜਗਤ ਦੀ ਬਹੁਤ ਵੱਡੀ ਸਿਰਮੌਰ ਸੰਸਥਾ ਹੈ ਜਿਹੜੀ ਕਿ ਪ੍ਰਬੰਧ ਕਰ ਰਹੀ ਹੈ ਔਰ ਬੜਾ ਵੱਡਾ ਉਪਰਾਲਾ ਹਮੇਸ਼ਾ ਇਹ ਕਰਦੀ ਰਹੀ ਹੈ। ਭਾਵੇਂ ਬਾਰ-ਬਾਰ ਬੜੇ ਬਾਹਰ ਇਹਨਾਂ ਤੇ ਬਾਹਰੋਂ ਜਿਹੜੇ ਹੈਗੇ ਆ ਸਰਕਾਰੀ ਹਮਲੇ ਵੀ ਹੁੰਦੇ ਰਹੇ ਆ, ਪਰ ਮੈਂ ਸਮਝਦਾ ਕਿ ਸਿੱਖ ਸੰਗਤ ਦੇ ਵਿੱਚ ਬੜੀ ਵੱਡੀ ਇੱਕ
ਦਲੇਰੀ ਹੈ, ਬੜੀ ਵੱਡੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਬੜੀ ਵੱਡੀ ਗੁਰੂ ਸਾਹਿਬ ਦੇ ਉਸ ਦਿੱਤੇ ਹੋਏ ਅੰਮ੍ਰਿਤ ਦੇ ਵਿੱਚ ਦਾਤ ਹੈ ਕਿ ਵੱਡੇ ਹਮਲਿਆਂ ਤੋਂ ਬਾਅਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਨ ਬ ਦਿਨ ਤਕੜੀ ਹੋ ਕੇ ਨਿਕਲੀ ਹੈ। ਮੈਂ ਸਮਝਦਾ ਕਿ ਜਦੋਂ ਵੀ ਗਾਹੇ ਬਗਾਹੇ ਕਿਤੇ ਬਹੁਤ ਵੱਡੀ ਆਪਤਾ ਆਈ ਹੋਵੇ ਜਾਂ ਕੋਈ ਸਮਾਜ ਦੇ ਵਿੱਚ ਬੜੀ ਵੱਡੀ ਕੋਈ ਲੋੜ ਪਈ ਹੋਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੇ ਵੱਡੇ ਪੱਧਰ ਤੇ ਲੰਗਰਾਂ ਦੀ ਸੇਵਾ ਜਾਂ ਕੋਈ ਹੋਰ ਕਿਸੇ ਕਿਸਮ ਦੀ ਲੋੜੀਂਦੀਆਂ ਸੇਵਾਵਾਂ ਦੇ ਕੇ ਬਹੁਤ ਵੱਡਾ ਨਾਮਣਾ ਕੱਟਿਆ। ਪਿੱਛੇ ਜੇ ਮੈਂ ਸਮਝਦਾ ਕਿ ਸਮੁੱਚੇ ਸਿੱਖ ਜਗਤ ਨੇ ਕਿ ਜੇ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਇਹ ਗੱਲ ਕਹਿਣਾ ਕਿ ਮੈਂ ਸਮਝਦਾ ਕਿ ਹਰ ਮੁਹੱਲੇ ਦੇ ਵਿੱਚ ਸਿੱਖ ਪਰਿਵਾਰ ਹੋਣਾ ਚਾਹੀਦਾ ਹੈ, ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਪ੍ਰਸ਼ੰਸਾ, ਵੱਖ-ਵੱਖ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਵੱਲੋਂ ਪ੍ਰਸ਼ੰਸਾ, ਇਹ ਗੱਲ ਦਰਸਾਉਂਦੀ ਹੈ ਕਿ ਸਿੱਖ ਜਿਹੜੇ ਹੈਗੇ ਆ ਉਹ ਹਮੇਸ਼ਾ ਸੇਵਾ ਦੇ ਧਾਰਨੀ ਹੈ ਆਪਦੇ ਗੁਰੂ ਸਾਹਿਬ ਦੀ ਗੁੜਤੀ ਕਰਕੇ। ਔਰ ਸਿੱਖਾਂ ਨੇ ਸਮੂਹ ਪੰਜਾਬੀਆਂ ਨੇ ਸਾਰੇ ਮੁਲਕਾਂ ਦੇ ਵਿੱਚ ਬੜੇ ਵੱਡੇ ਝੰਡੇ ਗੱਡੇ ਹੈ। ਔਰ ਮੈਂ ਸਮਝਦਾ ਕਿ ਗੁਰੂ ਸਾਹਿਬ ਦੀ ਥਾਪਣਾ ਹੀ ਹੈ, ਸਾਡੇ ਗੁਰੂ ਸਾਹਿਬ ਦੀਆਂ ਦਿੱਤੀ ਹੋਈ ਥਾਪਣਾ ਕਰਕੇ ਸਾਨੂੰ ਆਸ਼ੀਰਵਾਦ ਸਦਕਾ ਅਸੀਂ ਦਿਨ ਬ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਜਿਹੜੀ ਆ ਉਹ ਅਸੀਂ ਕਰ ਰਹੇ ਹਾਂ। ਮੈਂ ਇੱਕ ਵਾਰ ਫੇਰ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਣ ਤੱਕ ਰਹੇ ਸਾਰੇ ਮੈਂ ਪ੍ਰਧਾਨ ਸਾਹਿਬਾਨਾਂ ਨੂੰ, ਮੈਂਬਰ ਸਾਹਿਬਾਨਾਂ ਨੂੰ, ਅਮਲੇ ਦੇ ਵਿੱਚ ਸਕੱਤਰ ਤੋਂ ਲਾ ਕੇ ਸੇਵਾਦਾਰ ਤੱਕ ਸਾਰੇ ਅਮਲੇ ਨੂੰ ਵਧਾਈ ਦੇਣੀ ਚਾਹੂੰਗਾ, ਧੰਨਵਾਦ ਕਰਨਾ ਚਾਹੂੰਗਾ ਕਿ ਅੱਜ 111 ਦੇ ਕਰੀਬ ਵਿਦਿਅਕ ਅਦਾਰੇ ਵੀ ਜਿਹੜੇ ਹੈਗੇ ਉਹ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਆ। 2 ਯੂਨੀਵਰਸਿਟੀਆਂ ਚੱਲ ਰਹੀਆਂ, ਮੈਡੀਕਲ ਤੇ ਇੰਜੀਨੀਅਰ ਕਾਲਜ ਚੱਲ ਰਹੇ ਆ। ਔਰ ਵੱਡੀ ਗੱਲ ਜਿਹੜੀ ਸਿੱਖਾਂ ਦੀ ਸੰਸਥਾ ਲਈ ਜਾਂ ਸਿੱਖੀ ਨੂੰ ਬਚਾਉਣ ਦੇ ਲਈ 12 ਸਿੱਖ ਮਿਸ਼ਨ ਅਤੇ 14 ਸਿੱਖ ਮਿਸ਼ਨਰੀ ਕਾਲਜ ਗੁਰਮਤਿ ਵਿਦਿਆਲੇ ਚੱਲ ਰਹੇ ਆ, ਜਿੱਥੋਂ ਸਾਡੇ ਢਾਡੀ ਸਿੰਘ, ਕਵੀਸ਼ਰ ਸਿੰਘ, ਗ੍ਰੰਥੀ ਸਿੰਘ ਸਿੱਖਿਆ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਦੇ ਅਨੁਸਾਰ ਥਾਂ ਥਾਂ ਮੈਂ ਕਹੂੰਗਾ ਇਕੱਲੇ ਵਿਦੇਸ਼ 'ਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਆਪਣੀ ਜਿਹੜੀ ਹੈ ਉਹ ਖੁਸ਼ਬੂ ਖਿਲਾਰਦੇ ਆ ਕਿ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਦੇ ਅਨੁਸਾਰ ਕਿਸ ਤਰ੍ਹਾਂ ਪਾਠ, ਕਿਸ ਤਰ੍ਹਾਂ ਸਾਡੀਆਂ ਅਰਦਾਸਾਂ, ਕਿਸ ਤਰ੍ਹਾਂ ਸਾਡੇ ਗੁਰੂ ਸਾਹਿਬ ਦੀ ਸਾਂਭ ਸੰਭਾਲ, ਕਿਸ ਤਰ੍ਹਾਂ ਸਾਡੀ ਸਿੱਖੀ ਨੂੰ ਹੋਰ ਅੱਗੇ ਵਧਾਉਣ ਦੇ ਲਈ ਕਵਿਸ਼ਰੀ ਜਥੇ, ਕਿਸ ਤਰ੍ਹਾਂ ਸਾਡੇ ਗੁਰੂ ਸਾਹਿਬ ਦੀ ਮਿੱਠੀ ਬਾਣੀ ਨੂੰ ਰਸ ਪਿੰਨਾ ਕੀਰਤਨ ਕਰਨ ਦੇ ਲਈ ਇਹਨਾਂ ਗੁਰਮਤਿ ਵਿਦਿਆਲਿਆਂ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਸਿੱਖ ਕੇ ਔਰ ਮੁਫਤ ਪੜ੍ਹਾਇਆ ਜਾਂਦਾ ਇਹਨਾਂ ਗੁਰਮਤਿ ਵਿਦਿਆਲਿਆਂ ਦੇ ਵਿੱਚ ਸਿੱਖ ਕੇ ਤੇ ਆਪਣੀ ਗੁਰੂ ਦੀ ਬਾਣੀ ਦਾ ਪ੍ਰਚਾਰ ਜਿਹੜਾ ਉਹ ਦੂਰ ਦੂਰ ਤੱਕ ਕਰਦੇ ਆ। ਸੋ ਮੈਂ ਇੱਕ ਵਾਰੀ ਫੇਰ ਸਮੂਹ ਸਿੱਖ ਸੰਗਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲ ਪੂਰੇ ਹੋਣ ਤੇ ਆਪਣੇ ਦਿਲ ਦੀਆਂ ਗਹਿਰਾਈਆਂ ਚੋਂ ਵਧਾਈ ਦਿੰਦਾ, ਮੁਬਾਰਕਬਾਦ ਪੇਸ਼ ਕਰਦਾ ਔਰ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦਾ ਕਿ ਇਸ ਸੰਸਥਾ ਨੂੰ ਗੁਰੂ ਮਹਾਰਾਜ ਐਡੀ ਕੁ ਤਕੜੀ ਰੱਖੀ ਕਿ ਸਾਰੇ ਸਾਨੂੰ ਇਹਨਾਂ ਦੇ ਵਿੱਚ ਆਪਣੇ ਵੱਲੋਂ ਦਸਵੰਧ ਕੱਢ ਕੇ, ਸੇਵਾ ਦਾ ਦਸਵੰਧ ਕੱਢ ਕੇ, ਸਮੇਂ ਦਾ ਦਸਵੰਧ ਕੱਢ ਕੇ ਇਸ ਸੰਸਥਾ ਨੂੰ ਹੋਰ ਤਕੜਾ ਤੇ ਮਜ਼ਬੂਤ ਕਰਨ ਦੇ ਲਈ ਬਲ ਬਖਸ਼ੇ। ਉੱਥੇ ਕਰਨ ਵਾਲੇ ਸਾਰੇ ਸੇਵਾ ਕਰਨ ਵਾਲੇ ਸਾਰੇ ਸੇਵਾਦਾਰਾਂ ਨੂੰ, ਸਮੂਹ ਸਿੱਖ ਸੰਗਤ ਨੂੰ ਅੱਜ ਦੇ ਦਿਨ ਦੀ ਮੈਂ ਫਿਰ ਇੱਕ ਵਾਰ ਮੁਬਾਰਕਬਾਦ ਦਿੰਦਾ ਹੋਇਆ ਗੁਰੂ ਮਹਾਰਾਜ ਅੱਗੇ ਇਹੀ ਅਰਦਾਸ ਬੇਨਤੀ ਹੈ ਕਿ ਪ੍ਰਮਾਤਮਾ ਸਾਡੀ ਕੌਮ ਨੂੰ ਚੜ੍ਹਦੀ ਕਲਾ ਬਖਸ਼ੋ, ਸਿਰ ਤੇ ਹੱਥ ਰੱਖੋ ਔਰ ਜਿਹੜੀਆਂ ਕੌਮ ਦੇ ਵਿੱਚ ਕੋਈ ਵੰਡੀਆਂ ਪਾਉਣ ਦੀਆਂ ਗੱਲਾਂ ਜਾਂ ਕੌਮ ਨੂੰ ਵੰਡਣ ਦੇ ਲਈ ਸਾਡੀ ਇਸ ਸੰਸਥਾ ਨੂੰ ਬਦਨਾਮ ਕਰਨ ਦੀਆਂ ਗੱਲਾਂ ਉਹ ਗੁਰੂ ਸਾਹਿਬ ਤੁਸੀਂ ਆਪ ਸਮੇਟ ਲੈਣਾ। ਸੋ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੇ ਕਿਸੇ ਦੇ ਖਿਲਾਫ ਕੋਈ ਸ਼ਬਦ ਮੈਨੂੰ ਮੇਰੇ ਮੂੰਹ ਚੋਂ ਨਿਕਲਿਆ ਹੋਵੇ ਬੋਲਦਿਆਂ, ਹੋ ਸਕਦਾ ਹੈ ਸ਼ਬਦ ਕੱਢਦਿਆਂ ਕੋਈ ਮੇਰੇ ਗਲਤ ਸ਼ਬਦ ਵੀ ਬਿਆਨਿਆ ਗਿਆ ਹੋਵੇ, ਕੋਈ ਤਰੀਕ ਗਲਤ ਬਿਆਨੀ ਗਈ ਹੋਵੇ ਤਾਂ ਉਹਦੇ ਲਈ ਮੈਂ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।